गुड मॉर्निंग स्टूडेंट्स। एक चीज़ आई थिंक सो ਤੁਸੀਂ ਸਾਰਿਆਂ ਨੇ ਆਬਜ਼ਰਵ ਕੀਤੀ ਹੋਣੀ ਹੈ। ਥੀਸ ਆਰ ਲੈਟਸ ਸੇ ਦ ਕਲਾਊਡਸ। ਇੱਥੇ ਪੈ ਰਿਹਾ ਮੀਂਹ ਵਰਟੀਕਲੀ ਡਾਊਨਵਰਡਸ ਡਾਇਰੈਕਸ਼ਨ 'ਚ ਐਂਡ ਲੈਟਸ ਸਪੋਜ਼ ਇੱਥੇ ਕੋਈ ਆਬਜ਼ਰਵਰ ਖੜਾ ਰੈਸਟ ਤੇ ਆ ਮੀਂਹ ਨੂੰ ਆਬਜ਼ਰਵ ਕਰ ਰਿਹਾ ਹੈ। ਕੋਈ ਵੀ ਆਬਜ਼ਰਵਰ ਹੋ ਸਕਦਾ ਇਹ, ਠੀਕ ਹੈ। ਇਹਨੂੰ ਤਾਂ ਇਹ ਲੱਗ ਰਿਹਾ ਕਿ ਜਿਹੜਾ ਮੀਂਹ ਹੈਗਾ ਉਹਦੀ ਡਾਇਰੈਕਸ਼ਨ ਕਿੱਦਾਂ ਦੀ ਹੈਗੀ ਹੈ, ਵਰਟੀਕਲੀ ਡਾਊਨਵਰਡਸ। ਲੇਕਿਨ ਮੰਨ ਕੇ ਚੱਲਦੇ ਹਾਂ ਜੇ ਤੁਸੀਂ ਬਾਈਕ ਤੇ ਜਾ ਰਹੇ ਹੋ ਐਟ ਸਪੀਡ ਲੈਟਸ ਸਪੋਜ਼ 45 ਕਿਲੋਮੀਟਰਸ ਪਰ ਆਰ, ਤਾਂ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਮੀਂਹ ਡਾਊਨਵਰਡ ਡਾਇਰੈਕਸ਼ਨ 'ਚ ਗਿਰ ਰਿਹਾ। ਆਬਜ਼ਰਵ ਕੀਤਾ ਹੀ ਹੋਣਾ, ਜਦੋਂ ਵੀ ਆਪਾਂ ਜਾ ਰਹੇ ਹੁੰਦੇ ਆ ਨਾ ਕਾਫੀ ਸਪੀਡ ਤੇ ਬਾਈਕ ਦੇ ਉੱਤੇ, ਆਪਾਂ ਨੂੰ ਇਹ ਲੱਗਦਾ ਕਿ ਜਿਹੜਾ ਮੀਂਹ ਹੈ ਨਾ ਉਹ ਸਾਡੇ ਸਿਰ ਦੇ ਉੱਤੇ ਗਿਰਨ ਦੀ ਬਜਾਏ ਨਾ ਸਾਡੀ ਅੱਖਾਂ 'ਚ ਪੈ ਰਿਹਾ ਹੋਵੇ, ਜਿਵੇਂ ਛਿੱਟੇ ਆਪਣੇ ਮੂੰਹ ਤੇ ਪੈ ਰਹੇ ਹੋਣ ਡਾਇਰੈਕਟਲੀ, ਹੈ ਨਾ। ਆਈ ਗੈਸ ਸਾਰਿਆਂ ਨੇ ਇਸ ਚੀਜ਼ ਨਾਲ ਜ਼ਰੂਰ ਕਦੇ ਨਾ ਕਦੇ ਰਿਲੇਟ ਕੀਤਾ ਹੋਣਾ, ਆਬਜ਼ਰਵ ਕੀਤਾ ਹੋਣਾ ਇਸ ਚੀਜ਼ ਨੂੰ। ਐਂਡ ਜੇ ਆਹ ਚੀਜ਼ ਆਬਜ਼ਰਵ ਨਹੀਂ ਕੀਤੀ ਹੋਈ ਤਾਂ ਇਸ ਚੀਜ਼ ਨਾਲ ਸ਼ਾਇਦ ਤੁਸੀਂ ਜ਼ਿਆਦਾ ਅੱਛੇ ਤਰੀਕੇ ਨਾਲ ਰਿਲੇਟ ਕਰ ਪਾਓ ਕਿ ਜਦੋਂ ਵੀ ਆਪਾਂ ਮੀਂਹ ਦੇ ਵਿੱਚ ਜਾਂਦੇ ਆ ਲੈਟਸ ਸੇ ਕਿਸੇ ਬਾਈਕ ਵਗੈਰਾ ਤੇ, ਰਾਈਟ, ਤਾਂ ਆਫਟਰ ਸਮ ਟਾਈਮ ਜੇ ਆਪਾਂ ਆਬਜ਼ਰਵ ਕਰੀਏ ਨਾ ਤਾਂ ਜਿਹੜਾ ਸਾਡੀ ਕਲੋਥਿੰਗ ਹੈ, ਜਿਹੜੀ ਸਾਡੀ ਸ਼ਰਟ ਵਗੈਰਾ ਹੋਊਗੀ, ਉਹਦਾ ਅੱਗੇ ਵਾਲਾ ਪਾਰਟ ਜ਼ਿਆਦਾ ਗਿੱਲਾ ਹੋਊਗਾ ਐਜ਼ ਕੰਪੇਅਰ ਟੂ ਦਾ ਬੈਕ ਪਾਰਟ। ਐਦਾਂ ਕਿਉਂ ਆ? ਬਿਕੋਜ਼ ਸੇਮ ਚੀਜ਼ ਆਪਾਂ ਨੂੰ ਇਹੀ ਲੱਗੇਗਾ ਆਪਣੇ ਪੁਆਇੰਟ ਆਫ ਵਿਊ ਤੋਂ ਕਿ ਜਿਹੜਾ ਮੀਂਹ ਹੈ, ਜਿਹੜੀ ਰੇਨਫਾਲ ਹੈ, ਉਹਦੀ ਡਾਇਰੈਕਸ਼ਨ ਇੱਕਦਮ ਵਰਟੀਕਲੀ ਨਾ ਹੋ ਕੇ ਕੁਝ ਇਸ ਤਰੀਕੇ ਨਾਲ ਹੈ, ਸਲੰਟਿੰਗ ਹੈ, ਰਾਈਟ। ਦੈਟ ਮੀਨਸ ਐਟ ਸਮ ਐਂਗਲ ਵਿਦ ਰਿਸਪੈਕਟ ਟੂ ਦਾ ਵਰਟੀਕਲ, ਕੁਝ ਐਦਾਂ ਦੀ ਡਾਇਰੈਕਸ਼ਨ ਹੈ। ਆਪਾਂ ਨੂੰ ਇਦਾਂ ਕਿਉਂ ਲੱਗਦਾ? ਅੱਜ ਦੇ ਵੀਡੀਓ ਲੈਕਚਰ 'ਚ ਇੱਕ ਤਾਂ ਆਪਾਂ ਇਹ ਚੀਜ਼ ਦੇਖਣੀ ਹੈ, ਐਂਡ ਸੈਕੰਡਲੀ ਜੋ ਕਾਫੀ ਇੰਟਰਸਟਿੰਗ ਚੀਜ਼ ਹੈ, ਲੈਟਸ ਸਪੋਜ਼ ਇੱਕ ਬੰਦਾ ਰਾਈਡ ਕਰ ਰਿਹਾ ਹੈ ਬਾਈਕ ਨੂੰ ਐਂਡ ਤੁਸੀਂ ਉਹਦੇ ਪਿੱਛੇ ਬੈਠੇ ਹੋਏ ਹੋ, ਤੁਹਾਡੇ ਹੱਥ 'ਚ ਹੈਗਾ ਅੰਬਰੇਲਾ ਐਂਡ ਉਸ ਟਾਈਮ ਤੇ ਮੀਂਹ ਪੈ ਰਿਹਾ, ਤਾਂ ਉੱਦਾਂ ਦੇ ਕੇਸ 'ਚ ਜਿਹੜੀ ਅੰਬਰੇਲਾ ਹੈ ਤੁਸੀਂ ਉਹਨੂੰ ਕਿਸ ਪਰਟੀਕੂਲਰ ਤਰੀਕੇ ਨਾਲ ਹੋਲਡ ਕਰਕੇ ਰੱਖੋਗੇ? ਇੱਕਦਮ ਸਟ੍ਰੇਟ, ਮਤਲਬ ਜੇ ਮੈਂ ਗੱਲ ਕਰਾਂ ਗਰਾਊਂਡ ਦੇ ਵਿਦ ਰਿਸਪੈਕਟ ਟੂ 90 ਡਿਗਰੀਜ਼ ਦੇ ਐਂਗਲ ਤੇ, ਜਾਂ ਫਿਰ वर्टिकल ਦੇ ਵਿਦ ਰਿਸਪੈਕਟ ਟੂ ਕੁਝ ਪਰਟੀਕੂਲਰ ਇਸ ਤਰੀਕੇ ਨਾਲ ਤੁਸੀਂ ਐਂਗਲ ਬਣਾਓਗੇ? ਇੱਕਦਮ ਸਿੱਧੀ ਅੰਬਰੇਲਾ ਫੜੀ ਹੋਊਗੀ ਲਾਈਕ ਦੈਟ, ਜਾਂ ਐਟ ਸਮ ਐਂਗਲ? ਐਂਡ ਇਫ ਯੂਰ ਆਨਸਰ ਇਜ਼ ਐਟ ਸਮ ਐਂਗਲ, ਦੈਨ ਇਸ ਐਂਗਲ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ? ਕਾਫੀ ਇੰਟਰਸਟਿੰਗ ਹੋਣ ਵਾਲੀ ਹੈ ਅੱਜ ਦੀ ਵੀਡੀਓ। ਲੈਟਸ ਸਟਾਰਟ। ਸੋ ਦੇਖਦੇ ਹਾਂ। ਆ ਸਭ ਤੋਂ ਪਹਿਲਾਂ ਦੇਖੋ ਮੀਂਹ ਪੈ ਰਿਹਾ, ਇਹਦੀ ਵੈਲੋਸਿਟੀ ਇਹਨੂੰ ਆਪਾਂ ਡਿਨੋਟ ਕਰਤਾ ਵੈਲੋਸਿਟੀ ਆਫ ਰੇਨ, ਸੋ ਵੀ ਆਰ ਵੈਕਟਰ, ਠੀਕ ਹੈ। ਐਂਡ ਤੁਸੀਂ ਲੈਟਸ ਸੇ ਖੁਦ ਵੀ ਕਿਸੇ ਪਰਟੀਕੂਲਰ ਵੈਲੋਸਿਟੀ ਦੇ ਨਾਲ ਜਾ ਰਹੇ ਹੋ। ਲੈਟਸ ਸਪੋਜ਼ देयर इज अ मैन ਜਿਹੜਾ ਇੱਥੇ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਜਾ ਰਿਹਾ ਟੂਵਰਡਸ ਰਾਈਟ, ਉਹਦੀ ਵੈਲੋਸਿਟੀ ਨੂੰ ਆਪਾਂ ਲਿਖਤਾ ਵੀ ਐਮ ਵੈਕਟਰ। ਵੀ ਐਮ ਮੀਨਸ ਮੈਨ। ਜਨਰਲੀ ਆ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਇਹਨੂੰ ਇਦਾਂ ਹੀ ਲਿਖਿਆ ਜਾਂਦਾ ਹੈ, ਰੇਨ ਮੈਨ ਪ੍ਰੋਬਲਮਸ। ਇਟ ਕੁਡ ਬੀ ਵੂਮਨ ਆਲਸੋ ਬਾਈ ਦ ਵੇ, ਆਫ ਕੋਰਸ, ਰਾਈਟ। ਹੁਣ ਦੇਖੋ, ਜੇ ਆਪਾਂ ਇਹ ਪਤਾ ਕਰਨਾ ਕਿ ਜਿਹੜਾ ਪਰਸਨ ਹੈ, ਜਿਹੜਾ ਇਹ ਆਬਜ਼ਰਵਰ ਹੈ, ਉਹਨੂੰ ਕੀ ਲੱਗੇਗਾ ਕਿ ਜਿਹੜੀ ਰੇਨ ਦੀ ਡਾਇਰੈਕਸ਼ਨ ਉਹ ਕਿਹੜੀ ਹੈ, ਤਾਂ ਬੇਸਿਕਲੀ ਆਪਾਂ ਨੂੰ ਕੀ ਚਾਹੀਦਾ? ਵੀ ਆਰ ਐਮ, ਹੈ ਨਾ, ਵੈਲੋਸਿਟੀ ਆਫ ਰੇਨ ਵਿਦ ਰਿਸਪੈਕਟ ਟੂ ਦਾ ਮੈਨ। ਮੈਨ ਨੂੰ ਕੀ ਲੱਗ ਰਿਹਾ ਹੈ? ਇੱਥੇ ਮੈਨ ਆਬਜ਼ਰਵਰ ਹੈ, ਮੈਨ ਨੂੰ ਕੀ ਲੱਗੇਗਾ ਕਿ ਰੇਨ ਕਿਹੜੀ ਡਾਇਰੈਕਸ਼ਨ 'ਚ ਗਿਰ ਰਹੀ ਹੈ? ਆਪਾਂ ਤਾਂ ਹੀ ਪਤਾ ਕਰਨਾ ਹੈ। ਇਹਨੂੰ ਆਪਾਂ ਐ ਲਿਖ ਸਕਦੇ ਹਾਂ ਵੀ ਆਰ ਵੈਕਟਰ ਮਾਈਨਸ ਵੀ ਐਮ ਵੈਕਟਰ, ਰਿਲੇਟਿਵ ਵੈਲੋਸਿਟੀ 'ਚ ਆਪਾਂ ਕੀਤਾ ਹੋਇਆ, ਹੈ ਨਾ। ਐਂਡ ਜੇ ਸਾਰੇ ਲੈਕਚਰਸ ਤੁਸੀਂ ਮੇਰੇ ਦੇਖੇ ਨੇ ਪ੍ਰੀਵੀਅਸ, ਤਾਂ ਮੈਂ ਇਹ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਆਪਾਂ ਕੋਲ ਐਦਾਂ ਹੋਵੇ ਦੋ ਵੈਕਟਰਸ ਨੂੰ ਮਾਈਨਸ ਕਰਨਾ ਹੋਵੇ ਤਾਂ ਆਪਾਂ ਕੀ ਕਰਦੇ ਹਾਂ? ਇਹਨੂੰ ਐ ਲਿਖ ਲੈਂਦੇ ਹੁੰਦੇ ਹਾਂ ਵੀ ਆਰ ਵੈਕਟਰ ਪਲਸ ਮਾਈਨਸ ਆਫ ਵੀ ਐਮ ਵੈਕਟਰ, ਬਿਕੋਜ਼ ਡਾਇਰੈਕਟਲੀ ਆਪਾਂ ਕੋਲ ਦੋ ਵੈਕਟਰਸ ਨੂੰ ਮਾਈਨਸ ਕਰਨ ਦਾ ਤਰੀਕਾ ਨਹੀਂ ਹੈ, ਪਲਸ ਕਰਨ ਦਾ ਤਰੀਕਾ ਹੈ। ਆਪਾਂ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਪੜਿਆ ਹੋਇਆ, ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਪੜਿਆ ਹੋਇਆ, ਦੋਨਾਂ 'ਚ ਕੀ ਆ ਰਿਹਾ ਹੈ? ਵੈਕਟਰ ਐਡੀਸ਼ਨ। ਦੈਟਸ ਵਾਈ ਆਪਾਂ ਇਦਾਂ ਲਿਖ ਲੈਂਦੇ ਹੁੰਦੇ ਹਾਂ, ਠੀਕ ਹੈ। ਸੋ ਵੀ ਆਰ ਐਮ ਵੈਕਟਰ ਕੈਨ ਬੀ ਰਿਟਨ ਲਾਈਕ ਦਿਸ, ਹੈ ਨਾ। ਉੱਪਰ ਵਾਲੇ ਪਾਰਟ ਨੂੰ ਮੈਂ ਇਰੇਜ਼ ਕਰ ਦੇਣਾ ਬਿਕੋਜ਼ ਉਹਦਾ ਹੁਣ ਕੋਈ ਕੰਮ ਹੀ ਨਹੀਂ ਹੈਗਾ। ਆਪਾਂ ਕੋਲ ਜਸਟ ਆਹ ਵਾਲੀ ਇਕੁਏਸ਼ਨ ਹੈ ਜਿਹੜੀ ਇੱਥੇ ਲਿਖੀ ਹੈ, ਮਤਲਬ ਆਹ ਜਿਹੜੇ ਦੋ ਵੈਕਟਰਸ ਨੇ ਇਹਨਾਂ ਦਾ ਰਿਜ਼ਲਟੈਂਟ ਆਪਾਂ ਕੋਲ ਇਹ ਆ ਰਿਹਾ ਹੈ ਨਾ। ਐਂਡ ਜੇ ਇਸ ਚੀਜ਼ ਨੂੰ ਆਪਾਂ ਗ੍ਰਾਫਿਕਲੀ ਦੇਖਣਾ ਹੋਵੇ ਕਿ ਬੰਦੇ ਨੂੰ ਕੀ ਲੱਗੇਗਾ ਕਿ ਰੇਨ ਕਿਹੜੀ ਡਾਇਰੈਕਸ਼ਨ 'ਚ ਗਿਰ ਰਹੀ ਹੈ, ਤਾਂ ਆਪਾਂ ਨੂੰ ਕੀ ਕਰਨਾ ਪਊਗਾ? ਆਹ ਦੋ ਜਿਹੜੇ ਵੈਕਟਰਸ ਹੈਗੇ ਇਹਨਾਂ ਦਾ ਰਿਜ਼ਲਟੈਂਟ ਡਰਾ ਕਰਨਾ ਪਊਗਾ, ਤਾਂ ਹੀ ਆਪਾਂ ਕੋਲ ਆਹ ਵਾਲੀ ਕੁਆਂਟੀਟੀ ਆਊਗੀ, ਹੈ ਨਾ। ਸੋ ਦੇਖਦੇ ਹਾਂ ਕਿ ਆਹ ਵਾਲੇ ਦੋ ਜਿਹੜੇ ਵੈਕਟਰਸ ਨੇ ਇਹਨਾਂ ਦਾ ਰਿਜ਼ਲਟੈਂਟ ਕਿੱਦਾਂ ਆਪਾਂ ਡਰਾ ਕਰਾਂਗੇ। ਸਭ ਤੋਂ ਪਹਿਲਾਂ ਵੀ ਆਰ ਵੈਕਟਰ ਆਪਾਂ ਕੋਲ ਹੈਗਾ, ਬਿਲਕੁਲ ਹੈਗਾ ਵੀ ਆਰ ਵੈਕਟਰ। ਸੈਕਿੰਡ ਕੌਣ ਹੈ? ਮਾਈਨਸ ਆਫ ਵੀ ਐਮ ਵੈਕਟਰ। ਇੱਥੇ ਡਰਾ ਕੀਤਾ ਹੋਇਆ? ਬਿਲਕੁਲ ਨਹੀਂ। ਮਾਈਨਸ ਆਫ ਵੀ ਐਮ ਵੈਕਟਰ ਆਪਾਂ ਕੋਲ ਡਰਾ ਨਹੀਂ ਕੀਤਾ ਹੋਇਆ, ਆਪਾਂ ਇੱਥੇ ਕੀ ਡਰਾ ਕੀਤਾ ਹੈ? ਪੋਜ਼ਿਟਿਵ ਵੀ ਐਮ ਵੈਕਟਰ। ਐਂਡ ਜੇ ਆਪਾਂ ਕੋਲ ਪੋਜ਼ਿਟਿਵ ਵੀ ਐਮ ਵੈਕਟਰ ਹੈਗਾ ਐਂਡ ਆਪਾਂ ਨੈਗੇਟਿਵ ਵੀ ਐਮ ਵੈਕਟਰ ਆਪਾਂ ਨੂੰ ਚਾਹੀਦਾ ਹੋਵੇ, ਤਾਂ ਆਪਾਂ ਕੀ ਕਰਾਂਗੇ? ਨੈਗੇਟਿਵ ਆਫ ਵੈਕਟਰ ਲਈ ਆਪਾਂ ਕੀ ਕਰਦੇ ਹੁੰਦੇ ਆ? ਜਿਹੜਾ ਪੋਜ਼ਿਟਿਵ ਵੈਕਟਰ ਹੈਗਾ ਉਹ ਤੋਂ ਉਲਟੀ ਡਾਇਰੈਕਸ਼ਨ 'ਚ ਉਹਦੀ ਹੀ ਲੈਂਥ ਦਾ ਇੱਕ ਵੈਕਟਰ ਡਰਾ ਕਰ ਦਿੰਦੇ ਆ, ਐਂਡ ਵੀ ਕਾਲ ਇਟ ਨੈਗੇਟਿਵ ਆਫ ਦੈਟ ਵੈਕਟਰ, ਹੈ ਨਾ। ਬਸ ਜਿੰਨਾ ਮੈਗਨੀਟਿਊਡ ਇੰਨਾ ਸੌਰੀ ਪੋਜ਼ਿਟਿਵ ਵਾਲੇ ਵੈਕਟਰ ਦਾ ਹੈਗਾ, ਉਨਾ ਹੀ ਮੈਗਨੀਟਿਊਡ ਆਪਾਂ ਨੈਗੇਟਿਵ ਵਾਲੇ ਵੈਕਟਰ ਦਾ ਵੀ ਇੱਥੇ ਡਰਾ ਕਰ ਦੇਣਾ ਹੁੰਦਾ। ਹੁਣ ਜਿਹੜੇ ਆਹ ਦੋਨੋਂ ਵੈਕਟਰ ਆਪਾਂ ਕੋਲ ਆ ਗਏ, ਦੇਖੋ ਵੀ ਆਰ ਵੈਕਟਰ ਐਂਡ ਮਾਈਨਸ ਵੀ ਐਮ ਵੈਕਟਰ, ਇਹਨਾਂ ਦੋਨਾਂ ਦਾ ਰਿਜ਼ਲਟੈਂਟ ਕੌਣ ਹੈ ਇੱਥੇ? ਵੀ ਆਰ ਐਮ ਵੈਕਟਰ। ਉਹਨੂੰ ਹੁਣ ਆਪਾਂ ਇੱਥੇ ਡਰਾ ਕਰ ਸਕਦੇ ਹਾਂ। ਜਦੋਂ ਦੋਨੋਂ ਵੈਕਟਰਸ ਆਪਾਂ ਕੋਲ ਆਈ ਗਏ, ਕਿੱਦਾਂ ਡਰਾ ਕਰਾਂਗੇ? ਇਹਦਾ ਤੇ ਇਹਦਾ ਮੈਗਨੀਟਿਊਡ ਕੌਣ ਹੋਊਗਾ? ਸੌਰੀ ਇਹਨਾਂ ਦੋਨਾਂ ਵੈਕਟਰਸ ਦਾ ਰਿਜ਼ਲਟੈਂਟ ਕੌਣ ਹੋਊਗਾ? ਕਿਵੇਂ ਪਤਾ ਕਰਾਂਗੇ? ਪਹਿਲਾਂ ਦੇਖੋ ਆ ਦੋਨੋਂ ਵੈਕਟਰਸ ਕਿਸ ਤਰੀਕੇ ਨਾਲ ਕਨੈਕਟਡ ਨੇ।
ਇਹ ਦੋਨੋਂ ਵੈਕਟਰਸ ਇਸ ਤਰੀਕੇ ਨਾਲ ਕਨੈਕਟਡ ਨੇ। ਇੱਥੇ ਤੁਹਾਨੂੰ ਕਲੀਅਰਲੀ ਦਿਖ ਰਿਹਾ ਕਿ ਪਹਿਲੇ ਵੈਕਟਰ ਦਾ ਜਿਹੜਾ ਹੈਡ ਹੈ ਐਂਡ ਦੂਸਰੇ ਵੈਕਟਰ ਦੀ ਟੇਲ ਉਹ ਇੱਕ ਦੂਜੇ ਨਾਲ ਕਨੈਕਟਡ ਹੈ। ਦੈਟ ਮੀਨਸ ਆਪਾਂ ਕੀ ਯੂਜ਼ ਕਰਾਂਗੇ, ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ। ਉਹ ਕੀ ਕਹਿੰਦਾ ਸੀਗਾ ਕਿ ਇੱਕ ਵੈਕਟਰ ਜੇ ਆਹ ਹੈ, ਦੂਸਰਾ ਵੈਕਟਰ ਇਹ ਹੈ, ਤਾਂ ਦੋਨਾਂ ਦਾ ਰਿਜ਼ਲਟੈਂਟ ਕੌਣ ਹੋਊਗਾ, ਦਿਸ ਵਨ। ਰਿਮੈਂਬਰ, ਉਸੇ ਚੀਜ਼ ਨੂੰ ਬਸ ਆਪਾਂ ਇੱਥੇ ਯੂਟਿਲਾਈਜ਼ ਕਰਨ ਲੱਗੇ ਹਾਂ। ਪਹਿਲਾ ਵੈਕਟਰ ਆ ਸੀ, ਦੂਸਰਾ ਵੈਕਟਰ ਇਹ ਸੀ, ਦੋਨਾਂ ਦਾ ਰਿਜ਼ਲਟੈਂਟ ਡਰਾ ਕਰ ਦਿੰਨੇ ਆਪਾਂ। ਦਿਸ ਇਜ਼ ਦਾ ਰਿਜ਼ਲਟੈਂਟ ਵਿਚ ਇਜ਼ VRM ਵੈਕਟਰ। ਸੋ ਇਹ ਹੋ ਗਿਆ VRM। ਦੈਟ ਮੀਨਸ ਆਹੀ ਤਾਂ ਆਪਾਂ ਨੂੰ ਚਾਹੀਦਾ ਸੀਗਾ। ਮੈਨੂੰ ਕੀ ਲੱਗ ਰਿਹਾ, ਰਾਈਟ, ਜਿਹੜਾ ਆਬਜ਼ਰਵਰ ਹੈ, ਜਿਹੜਾ ਇੰਨੀ ਪਾਰਟਿਕੂਲਰ ਸਪੀਡ ਤੇ ਜਾ ਰਿਹਾ, ਉਹਨੂੰ ਕੀ ਇਦਾਂ ਲੱਗ ਰਿਹਾ, ਉਹਨੂੰ ਕੀ ਆਬਜ਼ਰਵ ਹੋ ਰਿਹਾ ਕਿ ਰੇਨ ਕਿਹੜੀ ਡਾਇਰੈਕਸ਼ਨ 'ਚ ਗਿਰ ਰਹੀ ਹੈ। ਕਲੀਅਰਲੀ ਤੁਹਾਡੇ ਸਾਹਮਣੇ ਆ, ਦੇਖੋ ਐਟ ਸਮ ਐਂਗਲ ਗਿਰ ਰਹੀ ਹੈ ਵਿਦ ਰਿਸਪੈਕਟ ਟੂ ਦਾ ਵਰਟੀਕਲ। ਦੈਟਸ ਵਾਈ ਪਹਿਲੀ ਚੀਜ਼, ਜਦੋਂ ਵੀ ਆਪਾਂ ਬਾਈਕ ਤੇ ਜਾ ਰਹੇ ਹਾਂ VM ਵੈਲੋਸਿਟੀ ਦੇ ਨਾਲ, ਆਪਾਂ ਨੂੰ ਆਲਵੇਜ਼ ਐ ਫੀਲ ਹੋਊਗਾ ਕਿ ਰੇਨ ਵਰਟੀਕਲੀ ਡਾਊਨਵਰਡਸ ਨਾ ਗਿਰ ਕੇ ਇਦਾਂ ਸਲੰਟਿੰਗ ਗਿਰ ਰਹੀ ਹੈ। ਐਂਡ ਸੈਕੰਡਲੀ ਦੈਟਸ ਵਾਈ ਜੇ ਆਪਾਂ ਅੰਬ੍ਰੇਲਾ ਨੂੰ ਹੋਲਡ ਕਰਨਾ ਹੈ ਨਾ, ਇੱਕਦਮ ਵਰਟੀਕਲੀ ਅਪਵਰਡਸ ਡਾਇਰੈਕਸ਼ਨ 'ਚ ਆਪਾਂ ਹੋਲਡ ਰੱਖਾਂਗੇ ਤਾਂ ਕੋਈ ਫਾਇਦਾ ਨਹੀਂ ਹੈ। ਬਿਕੋਜ਼ ਦੇਖੋ ਸਿੰਪਲ ਜੀ ਗੱਲ ਹੈ, ਜਿਹੜਾ ਅੰਬ੍ਰੇਲਾ ਹੁੰਦਾ ਆਪਣਾ, ਉਹ ਆਲਵੇਜ਼ ਆਪਾਂ ਇਦਾਂ ਦੀ ਡਾਇਰੈਕਸ਼ਨ 'ਚ ਹੋਲਡ ਕਰਦੇ ਹਾਂ ਕਿ ਜਿਹੜਾ ਮੀਂਹ ਦੇ ਇੱਕਦਮ ਲੈਟਸ ਸੇ ਪੈਰਲਲ ਹੋਵੇ, ਹੈ ਨਾ। ਫੋਰ ਐਗਜ਼ਾਮਪਲ ਲੈਟਸ ਸਪੋਜ਼ ਜੇ ਮੀਂਹ ਇੱਕਦਮ ਵਰਟੀਕਲੀ ਡਾਊਨਵਰਡਸ ਗਿਰ ਰਿਹਾ ਤਾਂ ਆਪਾਂ ਅੰਬ੍ਰੇਲਾ ਨੂੰ ਇੱਕਦਮ ਇਦਾਂ ਹੋਲਡ ਕਰਕੇ ਰੱਖਾਂਗੇ, ਰਾਈਟ। ਐਂਡ ਆਫ ਕੋਰਸ ਆਪਣੇ ਵਾਲੇ ਕੇਸ 'ਚ ਜਦੋਂ ਆਪਾਂ ਬਾਈਕ ਤੇ ਜਾ ਰਹੇ ਹਾਂ, ਜੇ ਮੀਂਹ ਦੀ ਡਾਇਰੈਕਸ਼ਨ ਕੁਝ ਇਸ ਤਰੀਕੇ ਨਾਲ ਹੈ ਤਾਂ ਅੰਬ੍ਰੇਲਾ ਨੂੰ ਵੀ ਆਪਾਂ ਨੂੰ ਕਿੱਦਾਂ ਰੱਖਣਾ ਪਊਗਾ, ਕੁਝ ਇਸ ਤਰੀਕੇ ਨਾਲ। ਆਰ ਯੂ ਗੈਟਿੰਗ ਦਿਸ? ਹੁਣ ਜ਼ਰਾ ਕੁਝ ਮੈਥਮੈਟੀਕਲ ਪਾਰਟ ਦੇ ਨਾਲ ਆਪਾਂ ਡੀਲ ਕਰਦੇ ਹਾਂ, ਕੁਝ ਨਿਊਮੈਰੀਕਲ ਸੋਲਵ ਕਰਕੇ ਦੇਖਦੇ ਹਾਂ। ਨਿਊਮੈਰੀਕਲਸ ਤੋਂ ਪਹਿਲਾਂ ਤਾਂ ਇਹਦੀ ਡੈਰੀਵੇਸ਼ਨ ਇੱਕ ਛੋਟੀ ਜੀ, ਰਾਈਟ, ਕਿ ਕਿਸ ਤਰੀਕੇ ਨਾਲ ਆਪਾਂ ਪਤਾ ਕਰ ਸਕਦੇ ਹਾਂ ਕਿ ਲੈਟਸ ਸੇ ਜਿਹੜਾ ਆਹ ਵਾਲਾ ਐਂਗਲ ਹੈ ਇਹ ਕਿੰਨਾ ਹੋਊਗਾ, ਜਾਂ ਫਿਰ ਜਿਹੜਾ ਆ VRM ਹੈ ਇਹਦਾ ਮੈਗਨੀਟਿਊਡ ਕਿੰਨਾ ਹੋਊਗਾ, ਇਹਦੀ ਡਾਇਰੈਕਸ਼ਨ ਕਿੰਨੀ ਹੋਊਗੀ, ਰਾਈਟ। ਇਹ ਸਾਰੀਆਂ ਚੀਜ਼ਾਂ ਕਾਫੀ ਈਜ਼ੀ ਨੇ। ਡੈਰੀਵੇਸ਼ਨ ਤੋਂ ਬਾਅਦ ਆਪਾਂ ਕੁਝ ਨਿਊਮੈਰੀਕਲਸ ਟਰਾਈ ਕਰਦੇ ਹਾਂ ਇਹਦੇ ਨਾਲ ਦੇ। ਸੋ ਸਟਾਰਟਿੰਗ ਵਿਦ ਦਿਸ ਟਰਮ ਓਵਰ ਹੇਅਰ VRM ਵੈਕਟਰ, ਇਹਦਾ ਮੈਗਨੀਟਿਊਡ ਐਂਡ ਡਾਇਰੈਕਸ਼ਨ ਆਪਾਂ ਕੈਲਕੂਲੇਟ ਕਰਨੀ ਹੈ। ਮੈਗਨੀਟਿਊਡ ਦੇ ਲਈ ਦੇਖੋ ਆਪਾਂ ਐਂ ਕਰਦੇ ਹਾਂ, ਆਹ ਐਂਗਲ ਆਪਾਂ ਨੂੰ ਪਤਾ 90 ਹੈ, ਬਿਕੋਜ਼ ਜਿਹੜੀ ਰੇਨ ਗਿਰ ਰਹੀ ਹੈ ਉਹ ਗਰਾਊਂਡ ਦੇ ਪਰਪੈਂਡੀਕੂਲਰ ਗਿਰ ਰਹੀ ਸੀ। ਆਪਾਂ ਕਿਹਾ ਸੀਗਾ ਵਰਟੀਕਲੀ ਡਾਊਨਵਰਡਸ ਹੈ ਉਹਦੀ ਡਾਇਰੈਕਸ਼ਨ, ਹੈ ਨਾ। ਸੋ ਦਿਸ ਐਂਗਲ ਇਜ਼ 90। ਦੈਟ ਮੀਨਸ ਆ ਜਿਹੜੀ ਟ੍ਰਾਇੰਗਲ ਬਣ ਰਹੀ ਆ, ਦਿਸ ਇਜ਼ ਅ ਰਾਈਟ ਐਂਗਲਡ ਟ੍ਰਾਇੰਗਲ, ਵਿਚ ਫਰਦਰ ਮੀਨਸ ਕਿ ਆਪਾਂ ਇਹਦੇ ਵਿੱਚ ਪਾਇਥਾਗੋਰਸ ਥਿਊਰਮ ਨੂੰ ਯੂਜ਼ ਕਰ ਸਕਦੇ ਹਾਂ। ਪਾਇਥਾਗੋਰਸ ਥਿਊਰਮ ਕੀ ਹੁੰਦੀ ਹੈ, ਹਾਈਪੋਟੇਨਸ ਸਕੁਆਇਰ ਇਜ਼ ਇਕੁਅਲਸ ਟੂ ਬੇਸ ਦਾ ਸਕੁਆਇਰ ਪਲੱਸ ਪਰਪੈਂਡੀਕੂਲਰ ਸਕੁਆਇਰ। ਇਹਨੂੰ ਯੂਜ਼ ਕਰਦੇ ਹਾਂ, ਇੱਥੇ ਦੇਖਦੇ ਹਾਂ ਆਪਾਂ ਕੋਲ ਕੀ ਮਿਲਦਾ ਹੈ। ਸੋ VRM ਦਾ ਸਕੁਆਇਰ ਦੈਟ ਇਜ਼ ਇਕੁਅਲਸ ਟੂ VR ਦਾ ਸਕੁਆਇਰ ਪਲੱਸ VM ਦਾ ਸਕੁਆਇਰ। ਐਂਡ ਆਫ ਕੋਰਸ ਜਿੱਥੇ ਆਪਾਂ ਕੋਲ ਸਕੁਆਇਰ ਹੈ ਤਾਂ ਆਪਾਂ ਇਹਨੂੰ ਇਹ ਵੀ ਲਿਖ ਸਕਦੇ ਹਾਂ, ਸਕੁਆਇਰ ਹਟਾ ਕੇ ਉਧਰ ਅੰਡਰ ਰੂਟ ਪਾਤਾ, ਹੈ ਨਾ। ਸੋ ਆ ਆਪਾਂ ਕੋਲ ਰਿਜ਼ਲਟ ਆ ਗਿਆ VRM ਦੇ ਮੈਗਨੀਟਿਊਡ ਦਾ। ਗੋਟ ਇਟ? ਸੋ ਇਹ ਹੋ ਗਿਆ ਆਪਣਾ ਮੈਗਨੀਟਿਊਡ। ਹੋਰ ਆਪਾਂ ਨੂੰ ਕੀ ਚਾਹੀਦਾ ਸੀਗਾ, ਆਹ ਵਾਲੇ ਵੈਕਟਰ ਦੀ ਡਾਇਰੈਕਸ਼ਨ। ਡਾਇਰੈਕਸ਼ਨ ਨੂੰ ਕੈਲਕੂਲੇਟ ਕਰਨ ਦੇ ਲਈ ਆਫ ਕੋਰਸ ਆਪਾਂ ਨੂੰ ਥੀਟਾ ਕਿਸੇ ਤਰੀਕੇ ਨਾਲ ਕੈਲਕੂਲੇਟ ਕਰਨਾ ਪਊਗਾ। ਉਹ ਦੇਖਦੇ ਹਾਂ ਕਿਵੇਂ ਕੈਲਕੂਲੇਟ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਇੱਥੇ tan ਥੀਟਾ ਕੈਲਕੂਲੇਟ ਕਰ ਰਹੇ ਹਾਂ। ਜਦੋਂ tan ਥੀਟਾ ਪਤਾ ਲੱਗ ਜੂਗਾ ਆਫ ਕੋਰਸ ਆਪਾਂ ਨੂੰ ਥੀਟਾ ਵੀ ਪਤਾ ਲੱਗ ਜਾਏਗਾ, ਰਾਈਟ। tan ਥੀਟਾ ਆਪਾਂ ਨੂੰ ਪਤਾ ਕਾਹਦੇ ਇਕੁਅਲ ਹੁੰਦਾ, ਪਰਪੈਂਡੀਕੂਲਰ ਬਾਈ ਬੇਸ ਤੇ। ਹੁਣ ਆਹ ਵਾਲੀ ਜਿਹੜੀ ਟ੍ਰਾਇੰਗਲ ਬਣ ਰਹੀ ਹੈ ਇਹ 'ਚ ਹਾਈਪੋਟੇਨਸ ਤਾਂ ਆਪਾਂ ਨੂੰ ਸਿੱਧਾ ਦਿਖ ਰਿਹਾ, ਲੌਂਗਰ ਸਾਈਡ ਜਿਹੜੀ ਹੁੰਦੀ ਉਹ ਹਾਈਪੋਟੇਨਸ ਹੁੰਦੀ ਆ। ਲੇਕਿਨ ਆ ਜਿਹੜੀਆਂ ਦੋ ਸਾਈਡਸ ਨੇ ਇਹ 'ਚੋਂ ਪਰਪੈਂਡੀਕੂਲਰ ਕਿਹਨੂੰ ਮੰਨਣਾ ਐਂਡ ਬੇਸ ਕਿਹਨੂੰ ਮੰਨਣਾ ਇਹ ਵੀ ਪਤਾ ਹੋਣਾ ਚਾਹੀਦਾ। 10th 'ਚ ਆਲਦੋ ਤੁਸੀਂ ਪੜਿਆ ਹੋਊਗਾ ਟ੍ਰਿਗਨੋਮੈਟਰੀ 'ਚ, ਲੇਕਿਨ ਸਟਿਲ ਕਾਫੀ ਬੱਚੇ ਗਲਤੀ ਕੀ ਕਰਦੇ ਆ, ਜਿਨ੍ਹਾਂ ਨੂੰ ਕਨਸੈਪਟ ਨਹੀਂ ਪਤਾ ਹੁੰਦਾ। ਜਿਹੜੀ ਨੀਚੇ ਸਾਈਡ ਦਿੱਤੀ ਆ ਆਲਵੇਜ਼ ਉਹਨੂੰ ਬੇਸ ਮੰਨ ਲਿਆ, ਜਿਹੜੀ ਆਹ ਵਾਲੀ ਸਾਈਡ ਹੈ ਜਿਹੜੀ ਵਰਟੀਕਲ ਹੈ ਉਹਨੂੰ ਆਲਵੇਜ਼ ਪਰਪੈਂਡੀਕੂਲਰ ਮੰਨ ਲਿਆ। ਇਹ ਗਲਤੀ ਨਹੀਂ ਕਰੀਦੀ ਹੈਗੀ ਆਫ ਕੋਰਸ, 10th 'ਚ ਤੁਸੀਂ ਪੜਿਆ ਹੋਇਆ ਆਲਦੋ, ਲੇਕਿਨ ਸਟਿਲ ਮੈਂ ਰਿਪੀਟ ਕਰ ਰਿਹਾ। ਜਿੱਧਰ ਐਂਗਲ ਬਣਿਆ ਹੁੰਦਾ ਹੈ ਜਿਹੜੀ ਸਾਈਡ ਦੇ ਨਾਲ, ਉਹ ਵਾਲੀ ਸਾਈਡ ਨੂੰ ਆਪਾਂ ਕੀ ਮੰਨਦੇ ਹਾਂ, ਬੇਸ। ਸੋ ਆਹ ਸਾਈਡ ਕੀ ਹੋ ਜੂਗੀ, ਬੇਸ। ਆਹ ਸਾਈਡ ਕੀ ਹੋ ਜੂਗੀ, ਪਰਪੈਂਡੀਕੂਲਰ। ਜੇ ਉਲਟਾ ਹੁੰਦਾ, ਲੈਟਸ ਸਪੋਜ਼ ਇੱਥੇ ਥੀਟਾ ਗਿਵਨ ਹੁੰਦਾ, ਇੱਥੇ ਥੀਟਾ ਗਿਵਨ ਨਾ ਹੁੰਦਾ, ਫਿਰ ਸਾਰਾ ਉਲਟਾ ਹੋ ਜਾਣਾ ਸੀਗਾ। ਨੀਚੇ ਵਾਲੀ ਸਾਈਡ ਬੇਸ ਹੋ ਜਾਣੀ ਸੀ, ਉੱਪਰ ਵਾਲੀ ਸਾਈਡ ਪਰਪੈਂਡੀਕੂਲਰ ਹੋ ਜਾਣੀ ਸੀਗੀ, ਠੀਕ ਹੈ। ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ ਕੌਣ ਪਰਪੈਂਡੀਕੂਲਰ ਹੈ, ਕੌਣ ਬੇਸ ਹੈ, ਕੌਣ ਹਾਈਪੋਟੇਨਸ। ਸੋ ਆਪਾਂ ਡਿਵਾਈਡ ਕਰ ਦਿੰਦੇ ਹਾਂ ਪਰਪੈਂਡੀਕੂਲਰ ਬਾਈ ਬੇਸ। ਪਰਪੈਂਡੀਕੂਲਰ ਦਾ ਮੈਗਨੀਟਿਊਡ ਕਿੰਨਾ, VM, ਐਂਡ ਬੇਸ ਦਾ ਮੈਗਨੀਟਿਊਡ ਕਿੰਨਾ ਹੋ ਜਾਊਗਾ, VR। ਸੋ ਬਸ ਆਹ ਰਿਲੇਸ਼ਨ ਤੋਂ ਤੁਸੀਂ ਥੀਟਾ ਈਜ਼ੀਲੀ ਕੈਲਕੂਲੇਟ ਕਰ ਸਕਦੇ ਹੋ। ਕੀ ਆ ਗਿਆ, ਥੀਟਾ ਇਜ਼ ਇਕੁਅਲਸ ਟੂ tan ਇਨਵਰਸ VM ਬਾਈ VR, ਠੀਕ ਹੈ। ਐਨੇ ਐਂਗਲ ਤੇ ਮੀਂਹ ਪੈ ਰਿਹਾ, ਮਤਲਬ ਆਪਾਂ ਨੂੰ ਇਦਾਂ ਲੱਗ ਰਿਹਾ ਆਲਦੋ ਮੀਂਹ ਦੀ ਡਾਇਰੈਕਸ਼ਨ ਐਕਚੁਅਲ 'ਚ ਤਾਂ ਵਰਟੀਕਲੀ ਡਾਊਨਵਰਡਸ ਹੀ ਹੈ, ਬਟ ਵਿਦ ਰਿਸਪੈਕਟ ਟੂ ਯੂ, ਜਦੋਂ ਤੁਸੀਂ ਕਿਸੇ ਲੈਟਸ ਸੇ ਬਾਈਕ ਦੇ ਉੱਤੇ ਜਾਂ ਕਿਸੇ ਵੀ ਵਹੀਕਲ ਤੇ ਜਾਂ ਕਿਸੇ ਵੀ ਤਰੀਕੇ ਨਾਲ VM ਵੈਲੋਸਿਟੀ ਦੇ ਨਾਲ ਜਾ ਰਹੇ ਹੋ ਤਾਂ ਤੁਹਾਨੂੰ ਐ ਲੱਗੇਗਾ ਕਿ ਜਿਹੜਾ ਮੀਂਹ ਹੈ ਉਹ ਆਹ ਵਾਲੇ ਥੀਟਾ ਐਂਗਲ ਦੇ ਨਾਲ ਗਿਰ ਰਿਹਾ। ਹੁਣ ਇਹਨੂੰ ਕੈਲਕੂਲੇਟ ਤਾਂ ਆਫ ਕੋਰਸ ਆਪਾਂ ਨਿਊਮੈਰੀਕਲਸ ਵਗੈਰਾ 'ਚ ਕਰਕੇ ਦੇਖਾਂਗੇ, ਬਟ ਆਈ ਗੈਸ ਆਹ ਚੀਜ਼ ਤੁਹਾਨੂੰ ਪਹਿਲਾਂ ਮੈਥਮੈਟਿਕਲੀ ਜੇ ਇਸ ਡੈਰੀਵੇਸ਼ਨ ਦੀ ਮੈਂ ਗੱਲ ਕਰਾਂ ਕਲੈਰਿਟੀ ਇਹਦੀ ਹੋਊਗੀ, ਠੀਕ ਹੈ। ਸੋ ਆਪਾਂ ਦੇਖਿਆ VRM ਵਾਲੀ ਜਿਹੜੀ ਚੀਜ਼ ਸੀਗੀ, ਆਹ ਵਾਲੀ ਟਰਮ, ਜਾਂ ਫਿਰ ਮੈਂ ਇੱਥੇ ਸ਼ੋ ਕਰਾਂ VRM ਵੈਕਟਰ, ਇਹਦਾ ਮੈਗਨੀਟਿਊਡ ਵੀ ਕੈਲਕੂਲੇਟ ਕਰ ਲਿਆ ਐਂਡ ਇਹਦੀ ਡਾਇਰੈਕਸ਼ਨ ਵੀ ਕੈਲਕੂਲੇਟ ਕਰ ਲਈ, ਠੀਕ ਹੈ। ਹੁਣ ਨਿਊਮੈਰੀਕਲਸ ਕਰਨ ਤੋਂ ਪਹਿਲਾਂ ਇੱਕ ਹੋਰ ਚੀਜ਼ ਨੂੰ ਜ਼ਰਾ ਗੌਰ ਕਰੋ। ਆ ਆਪਾਂ ਕਿਹੜਾ ਐਂਗਲ ਕੈਲਕੂਲੇਟ ਕੀਤਾ,
ਕਿ ਤੁਹਾਡੇ ਅਕੋਰਡਿੰਗਲੀ ਮਤਲਬ ਜਦੋਂ ਤੁਸੀਂ ਵੀ ਐਮ ਵੈਲੋਸਿਟੀ ਦੇ ਨਾਲ ਜਾ ਰਹੇ ਹੋ ਤਾਂ ਤੁਹਾਨੂੰ ਕੀ ਲੱਗੇਗਾ ਕਿ ਜਿਹੜਾ ਮੀਂਹ ਹੈ ਉਹ ਕਿੰਨੇ ਐਂਗਲ ਤੇ ਗਿਰ ਰਿਹਾ, ਇਹ ਉਹ ਵਾਲਾ ਐਂਗਲ ਹੈ। ਲੇਕਿਨ ਕੁਐਸਚਨ 'ਚ ਦੇਖੋ ਤੁਹਾਨੂੰ ਇਹ ਵੀ ਕੈਲਕੂਲੇਟ ਕਰਨ ਨੂੰ ਆ ਸਕਦਾ ਜਾਂ ਫਿਰ ਇਹ ਵੀ ਪੁੱਛ ਸਕਦਾ ਕਿ ਤੁਸੀਂ ਜੇ ਜਾ ਰਹੇ ਹੋ ਵੀ ਲੈਟਸ ਸੇ ਐਮ ਵੈਲੋਸਿਟੀ ਦੇ ਨਾਲ ਕਿਸੇ ਪਾਰਟਿਕੂਲਰ ਡਾਇਰੈਕਸ਼ਨ 'ਚ ਐਂਡ ਤੁਹਾਨੂੰ ਇਹਦਾ ਵੀ ਮੈਗਨੀਟਿਊਡ ਗਿਵਨ ਹੈ ਕਿ ਮੀਂਹ ਕਿੰਨੀ ਵੈਲੋਸਿਟੀ ਦੇ ਨਾਲ ਡਾਊਨਵਰਡਸ ਡਾਇਰੈਕਸ਼ਨ 'ਚ ਗਿਰ ਰਿਹਾ ਹੈ, ਤਾਂ ਤੁਹਾਨੂੰ ਇਹ ਪੁੱਛ ਸਕਦਾ ਹੈ ਨੂਮੈਰੀਕਲਸ 'ਚ ਕਿ ਤੁਹਾਨੂੰ ਜਿਹੜਾ ਅੰਬਰੇਲਾ ਹੈ ਉਹ ਵਰਟੀਕਲ ਤੋਂ ਕਿੰਨੇ ਡਿਗਰੀ ਦੇ ਐਂਗਲ ਤੇ ਖੋਲ ਕੇ ਰੱਖਣਾ ਪਊਗਾ ਸੋ ਦੈਟ ਤੁਸੀਂ ਮੀਂਹ ਤੋਂ ਬਚ ਸਕੋ। ਠੀਕ ਹੈ, ਇਹ ਦੋ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਸੁਣਨ 'ਚ ਲੱਗ ਸਕਦੀਆਂ ਨੇ। ਪਹਿਲਾ ਤੁਹਾਡੇ ਵਿਦ ਰਿਸਪੈਕਟ ਟੂ ਮੀਂਹ ਕਿੰਨੇ ਐਂਗਲ ਤੇ ਪੈ ਰਿਹਾ ਐਂਡ ਸੈਕੰਡਲੀ ਤੁਹਾਨੂੰ ਅੰਬਰੇਲਾ ਕਿੰਨੇ ਐਂਗਲ ਤੇ ਖੋਲ ਕੇ ਰੱਖਣਾ ਪਊਗਾ, ਰਾਈਟ। ਲੇਕਿਨ ਇਟ ਟਰਨਸ ਆਊਟ ਕਿ ਇਹ ਦੋਨੋਂ ਹੀ ਚੀਜ਼ਾਂ ਬੇਸਿਕਲੀ ਐਗਜ਼ੈਕਟਲੀ ਸੇਮ ਨੇ। ਥੀਟਾ ਦੋਨੋਂ ਹੀ ਕੇਸਿਸ 'ਚ ਕੀ ਨਿਕਲ ਕੇ ਆਂਦਾ ਐਗਜ਼ੈਕਟਲੀ ਸੇਮ। ਦੇਖੋ ਇਦਾਂ ਕਿਉਂ, ਲੈਟਸ ਸਪੋਜ਼ ਆ ਹੋਗੀ ਆਪਣੀ ਵਰਟੀਕਲ ਲਾਈਨ ਹੈ ਨਾ, ਐਂਡ ਇਸ ਡਾਇਰੈਕਸ਼ਨ 'ਚ ਲੈਟਸ ਸਪੋਜ਼ ਤੁਹਾਨੂੰ ਇਦਾਂ ਲੱਗ ਰਿਹਾ ਕਿ ਜਿਹੜਾ ਮੀਂਹ ਪੈ ਰਿਹਾ, ਠੀਕ ਹੈ, ਦਿਸ ਇਜ਼ ਦ ਡਾਇਰੈਕਸ਼ਨ ਆਫ ਵੀ ਆਰ ਐਜ਼ ਆਬਜ਼ਰਵਡ ਬਾਈ ਦਾ ਮੈਨ। ਠੀਕ ਹੈ, ਜੇ ਇਦਾਂ ਦਾ ਕੇਸ ਹੈਗਾ ਐਂਡ ਤੁਸੀਂ ਮੀਂਹ ਤੋਂ ਬਚਣਾ ਹੈ ਤਾਂ ਆਫਕੋਰਸ ਤੁਹਾਨੂੰ ਅੰਬਰੇਲਾ ਵੀ ਇਸੇ ਪਾਰਟਿਕੂਲਰ ਤਰੀਕੇ ਨਾਲ ਹੋਲਡ ਕਰਕੇ ਰੱਖਣਾ ਪਊਗਾ, ਹੈ ਨਾ। ਦਿਸ ਵਿਲ ਬੀ ਦਾ ਡਾਇਰੈਕਸ਼ਨ ਆਫ ਦਾ ਅੰਬਰੇਲਾ। ਐਂਡ ਇੱਕ ਚੀਜ਼ ਤੁਸੀਂ ਕਲੀਅਰਲੀ ਇੱਥੇ ਹੁਣ ਦੇਖ ਸਕਦੇ ਹੋ, ਜੇ ਆਹ ਵਾਲਾ ਐਂਗਲ ਥੀਟਾ ਹੈ, ਦਿਸ ਐਂਗਲ ਥੀਟਾ ਇਜ਼ ਦਿਸ, ਦੈਨ ਤੁਸੀਂ ਅੰਬਰੇਲਾ ਕਿੰਨੇ ਡਿਗਰੀ ਤੇ ਖੋਲਿਆ ਹੋਇਆ ਵਿਦ ਰਿਸਪੈਕਟ ਟੂ ਵਰਟੀਕਲ, ਇਹ ਵੀ ਤਾਂ ਐਂਗਲ ਥੀਟਾ ਹੀ ਹੋਊਗਾ। ਕਿਉਂ? ਬਿਕੋਜ਼ ਆ ਦੋਨੋਂ ਕਿਹੜੇ ਐਂਗਲ ਹੋ ਗਏ? ਵਰਟੀਕਲੀ ਆਪੋजिट एंगल्स। ठीक है, सो लेट्स ट्राई दिस वेरी सिंपल न्यूमेरिकल। एक लेडी है जो कि ईस्ट डायरेक्शन से जा रही है 10 मीटर पर सेकंड ਦੇ ਨਾਲ, सो दिस इज वी एल वैक्टर एंड ਮੀਂਹ ਪੈ ਰਿਹਾ ਵਰਟੀਕਲੀ ਡਾਊਨਵਰਡਸ ਡਾਇਰੈਕਸ਼ਨ 'ਚ ਜਿਹਦੀ ਤੁਹਾਨੂੰ ਵੈਲੋਸਿਟੀ ਦੱਸੀ ਹੋਈ ਹੈ 30 ਮੀਟਰਸ ਪਰ ਸੈਕਿੰਡ, ਸੋ ਦਿਸ ਇਜ਼ वी आर ਵੈਕਟਰ, ਹੈ ਨਾ। ਅੰਬਰੇਲਾ ਕਿੰਨੇ ਐਂਗਲ ਤੇ ਹੋਲਡ ਕਰੇ ਉਹ ਲੇਡੀ ਸੋ ਦੈਟ ਆਪਣੇ ਆਪ ਨੂੰ ਰੇਨ ਤੋਂ ਬਚਾ ਸਕੇ, ਦੈਟ ਮੀਨਸ ਆਪਾਂ ਥੀਟਾ ਕੈਲਕੂਲੇਟ ਕਰਨਾ, ਹੈ ਨਾ। ਸੋ ਕੀ ਫਾਰਮੂਲਾ ਆਪਾਂ ਡਰਾਈਵ ਕੀਤਾ ਸੀਗਾ, tan ਥੀਟਾ ਇਜ਼ ਇਕੁਅਲਸ ਟੂ वी मैन, दैट मीन्स वी लेडी हो जाएगा इतने एंड डिवाइडेड बाई वी आर, है ना। सो आपा कोल की आ जाएगा tan थीटा इज इक्वल्स टू वी एल की वैल्यू गिवन है 10, वी आर की वैल्यू आपको गिवन है 30, 10/30 दैट मीन्स 1/3 एंड जो आप थीटा की वैल्यू फाइंड करनी है सो थीटा कैन बी रिटन एज tan इनवर्स 1/3। ठीक है, सो दिस इज योर आंसर। दिस इज द सेकंड न्यूमेरिकल, थोड़ा जिहा ट्रिकी है तो लेकिन देखते हैं, काफ़ी इंटरेस्टिंग न्यूमेरिकल है। मैन स्टैंडिंग ऑन द रोड, रस्ते खड़ा होया, ही हैज़ टू होल्ड हिज अंब्रेला एट 30 डिग्रीज विद रिस्पेक्ट टू द वर्टिकल, सो वर्टिकल तो 30 डिग्रीज से उन्होंने एवं होल्ड करके रखना पै रहा अपना अंब्रेला, राइट, लाइक दैट मीनस हुण मी डायरैक्टली नहीं गिर रहा वर्टिकली, मतलब डाउनवर्ड्स नहीं गिर रहा। लेट्स से हो सकता कि जी विंड है वो बहुत ज़्यादा तेज हो, इस करके मी अपना कितना गिर रहा है एट 30 डिग्रीज विद रिस्पेक्ट टू द वर्टिकल। सो दिस इज लेट्स से the direction of the velocity vector of the rain, VR vector। मैन की करता है, he throws his umbrella and umbrella सुट के he starts running at 10 kilometers per hour and he finds the rain drops are hitting his head vertically। ਜਦੋਂ ਉਹ ਰੇਨ ਜਦੋਂ ਅੰਬਰੇਲਾ ਨੂੰ ਸੁੱਟ ਕੇ ਭੱਜਣਾ ਸਟਾਰਟ ਕਰ ਰਿਹਾ ਨਾ, ਤੁਹਾਨੂੰ ਇਦਾਂ ਲੱਗ ਰਿਹਾ ਕਿ ਜਿਹੜਾ ਮੀਂਹ ਹੈ ਨਾ ਉਹ ਇਸ ਡਾਇਰੈਕਸ਼ਨ 'ਚ ਗਿਰ ਰਿਹਾ। ਸੋ ਵੈਲੋਸਿਟੀ ਆਫ ਆਰ ਐਜ਼ ਆਬਜ਼ਰਵਡ ਬਾਈ ਦਾ ਮੈਨ, ਸੋ ਇਹ ਉਹ ਚੀਜ਼ ਹੋਗੀ। ਅੱਛਾ, ਹੁਣ ਪਰਸਨ ਨੂੰ ਆਪਾਂ ਕਿੱਦਾਂ ਸ਼ੋ ਕਰਾਂਗੇ ਕਿ ਜਿਹੜਾ ਉਹ ਪਰਸਨ ਹੈ ਉਹ ਇਸ ਡਾਇਰੈਕਸ਼ਨ 'ਚ ਮੂਵ ਹੋ ਰਿਹਾ ਜਾਂ ਇਸ ਡਾਇਰੈਕਸ਼ਨ 'ਚ ਭੱਜ ਰਿਹਾ, ਕਿੱਦਾਂ ਪਤਾ ਲੱਗੂਗਾ? ਜੇ ਕਨਫਿਊਜ਼ਨ ਹੈ ਤਾਂ ਸਿੰਪਲ ਦੇਖੋ ਆਹ ਚੀਜ਼ ਯੂਜ਼ ਕਰੋ, ਲੈਟਸ ਸੇ वी आर एम ਵੈਕਟਰ ਕੈਨ ਬੀ ਰਿਟਨ ਐਜ਼ वी आर ਵੈਕਟਰ ਮਾਈਨਸ वी एम ਵੈਕਟਰ, ਰਿਲੇਟਿਵ ਵੈਲੋਸਿਟੀ ਦਾ ਰਿਜ਼ਲਟ ਹੈ। ਹੁਣ ਆਪਾਂ ਕੀ ਕਰਦੇ ਹਾਂ, ਇਹਨੂੰ ਇੱਦਾਂ ਲਿਖ ਸਕਦੇ ਹਾਂ वी आर एम ਵੈਕਟਰ ਪਲਸ वी एम ਵੈਕਟਰ, ਥੋੜੀ ਜਿਹੀ ਬਸ ਮੈਂ ਰੀਅਰੇਂਜਮੈਂਟ ਕਰ ਰਿਹਾ, ਇਜ਼ ਇਕੁਅਲਸ ਟੂ वी आर ਵੈਕਟਰ, दैट मीन्स वी आर वैक्टर इन्होंने दोनों का सम है। सो क्लीयरली आपको दिख रहा है जो वी आर वैक्टर आ है, सो दिस प्लस दिस करके आपको कोल टोटल वी आर आएगा ना। सो बंदे की वेलोसिटी का डायरेक्शन किधर हो जाऊगा, दिस इज द डायरेक्शन ऑफ द पर्सन। सो मैन इस पर्टिकुलर डायरेक्शन से मूव कर रहा है, जस्ट ट्रायंगल ऑफ वैक्टर एडिशन यूज किया है ना। दिस वैक्टर प्लस दिस वैक्टर दैट इज इक्वल्स टू दिस वैक्टर। जे मैं इदा कर दिंदा फिर तो आ वाले दोनों वैक्टर्स दे हैड कनैक्टेड ने एंड उन्होंने दोनों डायरैक्टली आप कितना ऐड कर देंगे, वी हैव नो वे, ਸਿੰਪਲ ਹੈ ਨਾ। ਸੋ ਹੁਣ ਆਪਾਂ ਨੂੰ ਪਤਾ ਲੱਗ ਚੁੱਕਿਆ ਕਿ ਕਿਹੜਾ ਬੰਦਾ ਜਿਹੜਾ ਪਰਸਨ ਹੈ ਉਹ ਕਿਸ ਡਾਇਰੈਕਸ਼ਨ 'ਚ ਮੂਵ ਹੋ ਰਿਹਾ ਹੈ, ਐਕਚੁਅਲ 'ਚ ਮੀਂਹ ਕਿਸ ਡਾਇਰੈਕਸ਼ਨ 'ਚ ਸੀਗਾ ਐਂਡ ਉਹਨੂੰ ਕੀ ਲੱਗ ਰਿਹਾ, ਪਰਸਨ ਨੂੰ ਕੀ ਲੱਗ ਰਿਹਾ ਕਿ ਮੀਂਹ ਕਿੱਧਰ ਨੂੰ ਆ ਰਿਹਾ, ਰਾਈਟ। ਸੋ ਵੀ ਹੈਵ ਆਲ ਦ ਥਿੰਗਸ ਐਂਡ ਆਪਾਂ ਨੂੰ ਇਹ ਵੀ ਪਤਾ ਕਿ ਅੰਬਰੇਲਾ ਉਹਨੇ 30 ਡਿਗਰੀ ਤੇ ਪਹਿਲਾਂ ਫੜਿਆ ਹੋਇਆ ਸੀਗਾ, ਸੋ ਦਿਸ ਐਂਗਲ ਇਜ਼ 30 ਐਂਡ ਦਿਸ ਐਂਗਲ ਇਜ਼ 90, ਰਾਈਟ। ਪਤਾ ਆਪਾਂ ਨੂੰ ਕਰਨਾ ਹੈ ਵਟ ਇਜ਼ ਦ ਸਪੀਡ ਆਫ ਦ ਰੇਨ ਵਿਦ ਰਿਸਪੈਕਟ ਟੂ ਦ ਗਰਾਊਂਡ, ਐਕਚੁਅਲ 'ਚ ਜਿਹੜਾ ਮੀਂਹ ਹੈ ਉਹ ਕਿੰਨੀ ਸਪੀਡ ਤੇ ਗਿਰ ਰਿਹਾ, ਰਾਈਟ। ਆਪਾਂ ਨੂੰ ਮੈਗਨੀਟਿਊਡ ਗਿਵਨ ਕਿਸ ਚੀਜ਼ ਦਾ, ਬਾय ਦ ਵੇ ਸਟਾਰਟ ਰਨਿੰਗ ਐਟ 10 ਕਿਲੋਮੀਟਰਸ ਪਰ ਆਰ, ਸੋ ਆਪਾਂ ਨੂੰ ਜਸਟ ਆਹ ਚੀਜ਼ ਪਤਾ ਹੈ,
ਰਾਈਟ। ਇਹਦਾ ਮੈਗਨੀਟਿਊਡ ਆਪਾਂ ਨੂੰ ਪਤਾ ਹੈ, ਮਤਲਬ 10 ਕਿਲੋਮੀਟਰ ਪਰ ਆਰ ਤੇ ਐਕਚੁਅਲ ਭੱਜ ਰਿਹਾ, ਐਂਡ ਵੀ ਹੈਵ ਟੂ ਫਾਈਂਡ ਦ ਮੈਗਨੀਟਿਊਡ ਆਫ ਦਿਸ। ਸੋ ਇੱਕ ਤਰੀਕਾ ਤਾਂ ਹੋ ਸਕਦਾ ਆਪਾਂ ਕੋਲ ਸਟ੍ਰੇਟ ਫਾਰਵਰਡ ਕਿ ਆਪਾਂ ਇਸ ਪਰਟੀਕੂਲਰ ਕੁਆਂਟੀਟੀ ਦਾ ਮੈਗਨੀਟਿਊਡ ਪਤਾ ਕਰ ਲਈਏ ਕਿਸੇ ਤਰੀਕੇ ਨਾਲ, ਐਂਡ ਦੈਨ ਪਾਇਥਾਗੋਰਸ ਥਿਊਰਮ ਨੂੰ ਯੂਜ਼ ਕਰ ਲਈਏ, ਹੈ ਨਾ। ਜੇ ਆਪਾਂ ਨੂੰ ਬੇਸ ਵਾਲੀ ਕੁਆਂਟੀਟੀ ਦਾ ਮੈਗਨੀਟਿਊਡ ਪਤਾ ਹੈ, ਪਰਪੈਂਡੀਕੂਲਰ ਵਾਲੀ ਕੁਆਂਟੀਟੀ ਦਾ ਮੈਗਨੀਟਿਊਡ ਪਤਾ ਹੈ, ਈਜ਼ੀਲੀ ਆਪਾਂ ਕੀ ਕਰ ਸਕਦੇ ਹਾਂ, ਜਿਹੜੀ ਹਾਈਪੋਟਨਸ ਵਾਲੀ ਕੁਆਂਟੀਟੀ ਹੈ ਇਹਦਾ ਮੈਗਨੀਟਿਊਡ ਵੀ ਕੈਲਕੂਲੇਟ ਕਰ ਸਕਦੇ ਹਾਂ। ਬਟ ਦ ਥਿੰਗ ਇਜ਼ ਦੈਟ ਹੁਣ ਆਹ ਵਾਲੀ ਕੁਆਂਟੀਟੀ ਦਾ ਆਪਾਂ ਮੈਗਨੀਟਿਊਡ ਕਿਵੇਂ ਕੈਲਕੂਲੇਟ ਕਰਨਾ ਹੈ ਨਾ। ਲੈਟਸ ਸੀ we can use tan 30 which will be equals to perpendicular by base, है ना। perpendicular कौन है, perpendicular अपना हो जाऊगा vm जिहदी वैल्यू अपन देखो पता है 10 किलोमीटर्स पर आवर। इस रिलेशन ਨੂੰ मैं क्यों यूज़ किया, बिकॉज ਹੁਣ ਆਪਾਂ ਨੂੰ ਆ ਵੀ ਪਤਾ tan 30 ਕਿੰਨਾ ਹੁੰਦਾ, ਨਿਊਮਰੇਟਰ ਦੀ ਵੈਲਿਊ ਵੀ ਪਤਾ, ਬੇਸ ਜਿਹੜਾ ਕਿ ਕੌਣ ਹੈ vrm ਵੈਕਟਰ, ਉਹਦੀ ਵੈਲਿਊ ਆਪਾਂ ਪਤਾ ਕਰ ਲਾਂਗੇ, ਹੈ ਨਾ, ਜਿਹਦੀ ਆਪਾਂ ਗੱਲ ਕਰ ਲਈ ਸੀ ਕਿ ਜਿਹਨੂੰ ਆਪਾਂ ਫਾਈਂਡ ਕਰਨਾ ਹੈ। ਗॉट इट। सो tan 30 अपना कितना होंदा 1/√3 राइट। sin 30 बिकॉज आप कोल होंदा 1/2 एंड cos 30 होंदा आप कोल √3/2। हाँ, सो 1/√3 राइट। 1/√3 इज इक्वल्स टू 10 किलोमीटर्स पर आवर डिवाइडेड बाई vrm, इनू क्रॉस मल्टीप्लाई करांगे एंड यू गेट vrm वैक्टर इज इक्वल्स टू 10/√3, है ना। सो इस पर्टिकुलर क्वांटिटी का मैग्नीट्यूड आप कोल कितना आ गया 10/√3, है ना। क्रॉस मल्टीप्लाई करना बस, कुछ नहीं किया आप। सो इतने मैं लिख भी देना vrm, ਇਹਦਾ मैग्नीट्यूड आप कोल आया 10/√3 किलोमीटर्स पर आवर। बस ਹੁਣ ਤਾਂ ਕੁਝ ਵੀ ਨਹੀਂ ਹੈ, ਆਪਾਂ ਕੋਲ ਜਿਹੜੀ ਬੇਸ ਵਾਲੀ ਕੁਆਂਟੀਟੀ ਹੈ ਉਹਦਾ मैग्नीट्यूड ਵੀ ਪਤਾ 10/√3 किलोमीटर्स पर आवर, एंड ਜਿਹੜੀ परपेंडिकुलर वाली क्वांटिटी है ਉਹਦਾ मैग्नीट्यूड भी ਆਪਾਂ ਨੂੰ ਪਤਾ 10 किलोमीटर्स पर आवर, एंड वी कैन यूज पाइथागोरस थ्योरम टू फाइंड द मैग्नीट्यूड ऑफ vr वेक्टर। सो कितना आ जाऊगा vr द स्क्वायर दैट इज इक्वल्स टू 10 द स्क्वायर दैट इज 100 प्लस आ वाली क्वांटिटी द स्क्वायर विच इज 100 इंटू √3 द स्क्वायर हो जाएगा 3। सो 300 प्लस 100 दैट इज 400 एंड 400 द अंडर रूट दैट इज 20। सो vr कितना आप को आ जाता है 20 किलोमीटर्स पर आवर। ये एक्चुअल स्पीड है, वट इज द स्पीड ऑफ द रेन विद रिस्पेक्ट टू द ग्राउंड। एक्चुअल च मी इन्नी स्पीड से गिर रहा है, ठीक है, 20 किलोमीटर्स पर आवर।